ਅੱਜ ਅਸੀਂ ਗੱਲ ਕਰਾਂਗੇ ਸੈਕਸ਼ਨ ਨੰਬਰ 114A ਆਫ ਇੰਡੀਅਨ ਐਵੀਡੈਂਸ ਐਕਟ 1872 ਦੇ ਬਾਰੇ। Section 114A is talking about presumption. It is talking about presumption as to absence of consent in certain prosecutions for rape. तो ਸੈਕਸ਼ਨ 114A ਕੁਝ certain prosecutions for rape ਦੇ ਵਿੱਚ ਕੰਸੈਂਟ ਦੀ ਐਬਸੈਂਸ ਦੇ ਬਾਰੇ ਪ੍ਰੈਜ਼ੰਪਸ਼ਨ ਕ੍ਰੀਏਟ ਕਰਦੇ ਆਏ। ਇਸ ਤੋਂ ਪਹਿਲਾਂ ਕਿ ਅਸੀਂ ਸੈਕਸ਼ਨ 114A ਨੂੰ ਪੜ੍ਹੀਏ, ਇਹ ਗੱਲ ਬੜੀ ਜ਼ਰੂਰੀ ਹੈ ਸਾਡੇ ਲਈ ਜਾਣ ਲੈਣੀ ਕਿ ਆਫੈਂਸ ਆਫ ਰੇਪ ਨੂੰ ਕੰਸਟੀਟਿਊਟ ਕਰਨ ਦੇ ਲਈ ਪ੍ਰੋਸੀਕਿਊਸ਼ਨ ਨੂੰ ਕਿਹੜੀਆਂ ਦੋ ਇੰਪੋਰਟੈਂਟ ਗੱਲਾਂ ਨੂੰ ਸਾਬਤ ਕਰਨਾ ਪੈਣਾ ਹੈ। ਤੇ ਉਹ ਦੋ ਗੱਲਾਂ ਹੈਗੀਆਂ ਨੇ, ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜੋ ਦੋਸ਼ੀ ਆ, ਦੋਸ਼ੀ ਦੇ ਦੁਆਰਾ ਇੱਕ ਵਿਮਨ ਦੇ ਨਾਲ ਸੈਕਸ਼ੂਅਲ ਇੰਟਰਕੋਰਸ ਸਾਬਤ ਕਰਨਾ ਪੈਣਾ ਹੈ ਕਿ ਦੋਸ਼ੀ ਨੇ ਇੱਕ ਵਿਮਨ ਦੇ ਨਾਲ ਸੈਕਸ਼ੂਅਲ ਇੰਟਰਕੋਰਸ ਕਰਨਾ ਕੀਤਾ ਸੀ। ਫਸਟ ਆਫ ਆਲ ਪ੍ਰੋਸੀਕਿਊਸ਼ਨ ਹੈਜ਼ ਟੂ ਪ੍ਰੂਵ ਦਿਸ। ਅਗਰ ਇੱਕ ਵਾਰ ਸੈਕਸ਼ੂਅਲ ਇੰਟਰਕੋਰਸ ਸਾਬਤ ਹੋ ਗਿਆ ਤੇ ਦੂਸਰੇ ਨੰਬਰ ਦੇ ਉੱਤੇ ਪ੍ਰੋਸੀਕਿਊਸ਼ਨ ਨੇ ਸਾਬਤ ਕਰਨਾ ਹੈ ਕਿ ਇਹ ਜੋ ਸੈਕਸ਼ੂਅਲ ਇੰਟਰਕੋਰਸ ਕੀਤਾ ਗਿਆ ਸੀ ਦੋਸ਼ੀ ਦੇ ਦੁਆਰਾ ਉਸ ਵਿਮਨ ਦੇ ਨਾਲ, ਇਟ ਵਾਸ ਮੇਡ ਵਿਦਆਊਟ ਹਰ ਕੰਸੈਂਟ। ਇਹ ਜੋ ਸੈਕਸ਼ੂਅਲ ਇੰਟਰਕੋਰਸ ਸੀ ਵਿਮਨ ਦੀ ਮਰਜ਼ੀ ਦੇ ਨਾਲ ਨਹੀਂ ਸੀ ਕੀਤਾ ਗਿਆ, ਇਹ ਉਹਦੀ ਮਰਜ਼ੀ ਦੇ ਖਿਲਾਫ ਕੀਤਾ ਗਿਆ ਸੀ। ਸੋ ਕਹਿਣ ਦਾ ਮਤਲਬ ਆ ਕਿ ਇੱਕ ਵਿਅਕਤੀ ਨੂੰ ਰੇਪ ਦੇ ਆਫੈਂਸ ਦੇ ਵਿੱਚ ਸਜ਼ਾ ਉਸ ਟਾਈਮ ਦੇ ਉੱਤੇ ਮਿਲੇਗੀ ਜਦੋਂ ਉਹਨੇ ਸੈਕਸ਼ੂਅਲ ਇੰਟਰਕੋਰਸ ਕੀਤਾ ਵਾ ਕਿਸੇ ਵਿਮਨ ਦੇ ਨਾਲ ਵਿਦਆਊਟ ਹਰ ਕੰਸੈਂਟ। ਕਿਉਂਕਿ ਅਗਰ ਕੋਈ ਸੈਕਸ਼ੂਅਲ ਇੰਟਰਕੋਰਸ ਇੱਕ ਮੇਜਰ ਲੜਕੀ ਦੀ ਕੰਸੈਂਟ ਨਾਲ ਕੀਤਾ ਜਾਂਦਾ ਏ ਤੇ ਉਸ ਨੂੰ ਇੰਡੀਅਨ ਪੀਨਲ ਕੋਡ ਦੇ ਵਿੱਚ ਕੋਈ ਆਫੈਂਸ ਨਹੀਂ ਮੰਨਿਆ ਹੋਇਆ ਹੈ। ਠੀਕ ਹੈ ਜੀ। ਸੋ ਆਈ ਵਾਂਟ ਟੂ ਰਿਪੀਟ, in order to constitute an offense of rape under the Indian Penal Code 1860, the most important facts which needs to be proved are: number 1, the accused has made the sexual intercourse with a woman and this sexual intercourse was made without her consent, because sexual intercourse with the pre-consent of the major girl is no offense। ਹੁਣ ਅਸੀਂ ਸੈਕਸ਼ਨ 114A ਦੀ ਗੱਲ ਕਰੀਏ ਜੋ ਕਿ ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚ 2013 ਦੇ ਵਿੱਚ ਸਬਸਟੀਟਿਊਟ ਹੋਇਆ ਸੀ। ਤੋ ਇਹਦੇ ਵਿੱਚ ਕੁਝ ਸਰਟਨ ਕੇਸਿਸ ਦੀ ਗੱਲ ਕੀਤੀ ਹੋਈ ਆ ਜਿਨ੍ਹਾਂ ਕੇਸਿਸ ਦੇ ਵਿੱਚ ਪ੍ਰੋਸੀਕਿਊਸ਼ਨ ਦੀ ਡਿਊਟੀ ਕੀ ਹੈਗੀ ਆ, the prosecution has only to prove the sexual intercourse between the accused and the women। ਅਗਰ ਮੰਨ ਲਓ ਪ੍ਰੋਸੀਕਿਊਸ਼ਨ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ ਦੋਸ਼ੀ ਤੇ ਉਸ ਲੇਡੀ ਦੇ ਦਰਮਿਆਨ ਕੋਈ ਸੈਕਸ਼ੂਅਲ ਇੰਟਰਕੋਰਸ ਹੋਇਆ ਸੀ, ਕੋਈ ਮੈਡੀਕਲ ਐਵੀਡੈਂਸ ਦੇ ਕੇ ਇਹ ਗੱਲ ਸਾਬਤ ਕਰ ਦਿੱਤੀ ਕਿ ਦੋਸ਼ੀ ਅਤੇ ਵਿਮਨ ਦੇ ਦਰਮਿਆਨ ਸੈਕਸ਼ੂਅਲ ਇੰਟਰਕੋਰਸ ਹੋਇਆ ਸੀ, ਤੇ ਇਸ ਸੈਕਸ਼ੂਅਲ ਇੰਟਰਕੋਰਸ ਨੂੰ ਸਾਬਤ ਕਰਨ ਤੋਂ ਬਾਅਦ ਵਿੱਚ ਉਹ ਜੋ ਵਿਮਨ ਆ ਜਿਹਦੇ ਨਾਲ ਸੈਕਸ਼ੂਅਲ ਇੰਟਰਕੋਰਸ ਹੋਇਆ ਸੀ, ਅਗਰ ਵਿਟਨੈਸ ਬਾਕਸ ਦੇ ਵਿੱਚ ਆਂਦੀ ਆ ਤੇ ਆਪਣੀ ਐਵੀਡੈਂਸ ਦੇ ਵਿੱਚ ਬੋਲਦੀ ਆ ਕਿ ਉਹਨੇ ਕਦੀ ਸੈਕਸ਼ੂਅਲ ਇੰਟਰਕੋਰਸ ਦੇ ਲਈ ਕੰਸੈਂਟ ਦਿੱਤੀ ਨਹੀਂ, ਉਸ ਟਾਈਮ ਦੇ ਉੱਤੇ ਕੋਰਟ ਕੀ ਪ੍ਰਜ਼ਿਊਮ ਕਰੇਗੀ? then the court shall presume that the sexual intercourse was committed without the consent of the women। तो ਇਹਦਾ ਮਤਲਬ ਆ ਕਿ ਦੋ ਗੱਲਾਂ ਸਾਬਤ ਹੋ ਗਈਆਂ, that there was sexual intercourse with a woman ਤੇ ਉਸ ਵਿਮਨ ਨੇ ਵਿਟਨੈਸ ਬਾਕਸ ਦੇ ਵਿੱਚ ਆ ਕੇ ਗਵਾਹੀ ਦੇ ਦਿੱਤੀ ਕਿ ਜੋ ਸੈਕਸ਼ੂਅਲ ਇੰਟਰਕੋਰਸ ਕੀਤਾ ਸੀ ਦੋਸ਼ੀ ਨੇ ਉਹਦੀ ਮਰਜ਼ੀ ਦੇ ਬਗੈਰ ਕੀਤਾ ਸੀ। ਤਾਂ ਕੋਰਟ ਨੇ ਤਾਂ ਪ੍ਰਜ਼ਿਊਮ ਕਰ ਲੈਣਾ ਹੈ ਕਿ ਇਹ ਜੋ ਸੈਕਸ਼ੂਅਲ ਇੰਟਰਕੋਰਸ ਕੀਤਾ ਗਿਆ ਹੈ ਦੋਸ਼ੀ ਦੇ ਦੁਆਰਾ ਉਸ ਵਿਮਨ ਦੇ ਨਾਲ, ਉਸ ਵਿਮਨ ਦੀ ਕੰਸੈਂਟ ਤੋਂ ਬਗੈਰ ਕੀਤਾ ਗਿਆ ਹੈ। ਉਸ ਤੋਂ ਬਾਅਦ ਵਿੱਚ ਬਰਡਨ ਆਫ ਪ੍ਰੂਫ ਕਿਹਦੇ ਉੱਤੇ ਲਾਈ ਕਰੇਗੀ? ਦੋਸ਼ੀ ਦੇ ਉੱਤੇ। ਉਹਨੂੰ ਇਹ ਸਾਬਤ ਕਰਨਾ ਪੈਣਾ ਹੈ ਕਿ ਜੋ ਸੈਕਸ਼ੂਅਲ ਇੰਟਰਕੋਰਸ ਕੀਤਾ ਗਿਆ ਸੀ ਉਸ ਵਿਅਕਤੀ ਦੇ ਦੁਆਰਾ ਉਸ ਲੇਡੀ ਦੇ ਨਾਲ, ਉਹ ਉਸ ਵਿਮਨ ਦੀ ਕੰਸੈਂਟ ਦੇ ਨਾਲ ਕੀਤਾ ਗਿਆ ਸੀ। ਕੱਲ ਇਨ ਫਿਊਚਰ ਅਗਰ ਉਹ ਦੋਸ਼ੀ ਵਿਮਨ ਦੀ ਕੰਸੈਂਟ ਨੂੰ ਸਾਬਤ ਨਹੀਂ ਕਰ ਪਾਉਂਦਾ, then what will happen? Then he shall be punished for the offense of rape under section 376 of Indian Penal Code। So it is very important
ਕਿ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਪ੍ਰੋਸੀਕਿਊਸ਼ਨ ਨੇ ਸਾਬਤ ਕੀਤਾ that there was sexual intercourse। ਉਸ ਤੋਂ ਬਾਅਦ ਵਿੱਚ ਲੇਡੀ ਨੇ ਵਿਟਨੈਸ ਬਾਕਸ ਦੇ ਵਿੱਚ ਆ ਕੇ ਕਹਿ ਦਿੱਤਾ ਕਿ I had not given the consent in relation to the sexual intercourse। ਉਸ ਟਾਈਮ ਦੇ ਕੋਰਟ ਨੇ ਕੀ ਪ੍ਰਜ਼ਿਊਮ ਕਰ ਲੈਣਾ ਕਿ ਸੈਕਸ਼ੂਅਲ ਇੰਟਰਕੋਰਸ ਕੀਤਾ ਗਿਆ ਸੀ ਉਸ ਵਿਮਨ ਦੀ ਕੰਸੈਂਟ ਤੋਂ ਬਗੈਰ। ਤੋ ਇੰਨੀਆਂ ਗੱਲਾਂ ਹੋਣ ਤੋਂ ਬਾਅਦ ਵਿੱਚ ਬਰਡਨ ਆਫ ਪ੍ਰੂਫ ਹੁਣ ਦੋਸ਼ੀ ਦੇ ਉੱਤੇ ਲਾਈ ਕਰਦਾ ਏ। ਦੋਸ਼ੀ ਇਹ ਸਾਬਤ ਕਰੇ ਕਿ ਜੋ ਸੈਕਸ਼ੂਅਲ ਇੰਟਰਕੋਰਸ ਇਨ ਕੁਐਸਚਨ ਹੈਗਾ ਏ ਉਹ ਕੰਸੈਂਟ ਦੇ ਨਾਲ ਕੀਤਾ ਗਿਆ ਏ ਵਿਮਨ ਦੀ। ਬਟ ਅਗਰ ਉਹ ਇਸ ਗੱਲ ਨੂੰ ਸਾਬਤ ਕਰਨ ਦੇ ਵਿੱਚ ਅਸਮਰਥ ਹੁੰਦਾ ਏ ਕਿ ਕੰਸੈਂਟ ਆਫ ਦੀ ਵਿਮਨ ਉਹਦੇ ਦੁਆਰਾ ਲਿੱਤੀ ਗਈ ਸੀ, then he shall be liable to get punishment for the offense of rape under section 376 of Indian Penal Code। तो मैं ਜਦੋਂ ਸੈਕਸ਼ਨ 114A ਸ਼ੁਰੂ ਕੀਤਾ ਹੀ ਸੀ तो ਉਹਦੇ ਵਿੱਚ ਮੈਂ ਦੱਸਿਆ ਹੀ ਕਿ ਕੁਝ ਖਾਸ ਆਫੈਂਸਿਸ ਨੇ ਰੇਪ ਦੇ ਜਿਹਦੇ ਵਿੱਚ ਸੈਕਸ਼ਨ 114A ਦੀ ਪ੍ਰੈਜ਼ੰਪਸ਼ਨ ਅਰਾਈਜ਼ ਹੁੰਦੀ ਹੈ। ਤੇ ਆਓ ਜੀ ਹੁਣ ਦੇਖਦੇ ਹਾਂ ਉਹ ਖਾਸ ਕੇਸਿਸ ਕਿਹੜੇ-ਕਿਹੜੇ ਨੇ। The presumption under section 114A arises। section 114A ਦੀ ਜੋ presumption arise ਹੋਊਗੀ when the accused who commit the offense of rape is either a police officer, ਜਦੋਂ ਦੋਸ਼ੀ ਜਾਂ ਤਾਂ ਕੋਈ ਪੁਲਿਸ ਆਫੀਸਰ ਸੀ ਤੇ ਜਾਂ ਦੋਸ਼ੀ ਇੱਕ ਪਬਲਿਕ ਸਰਵੈਂਟ ਹੈਗਾ ਸੀ, ਜਾਂ ਦੋਸ਼ੀ ਇੱਕ ਜੇਲ੍ਹ ਦੇ ਵਿੱਚ ਆਫੀਸਰ ਸੀ, ਜਾਂ ਹਸਪੀਟਲ ਦੇ ਵਿੱਚ ਅਗਰ ਉਹ ਕੋਈ ਆਫੀਸਰ ਹੈਗਾ ਸੀ ਤੇ ਉਸਨੇ ਜੋ ਰੇਪ ਆਫੈਂਸ ਆਫ ਰੇਪ ਜੋ ਕਮਿਟ ਕੀਤਾ ਏ ਉਹ ਸੈਕਸ਼ਨ 376 ਸਬਸੈਕਸ਼ਨ 2 ਦੇ ਕਲੌਸ ਨੰਬਰ A, B, C and D ਦੇ ਸਰਕਮਸਟੈਂਸਸ ਦੇ ਵਿੱਚ ਅਗਰ ਆਫੈਂਸ ਕਮਿਟ ਕੀਤਾ ਏ ਦੈਨ ਉਸ ਟਾਈਮ ਦੇ ਉੱਤੇ ਸੈਕਸ਼ਨ 114A ਦੀ ਪ੍ਰੈਜ਼ੰਪਸ਼ਨ ਉਹਦੇ ਖਿਲਾਫ ਅਰਾਈਜ਼ ਹੋਏਗੀ। ਤੇ ਜਾਂ ਦੋਸ਼ੀ ਨੇ ਇੱਕ ਇਸ ਤਰ੍ਹਾਂ ਦੀ ਵਿਮਨ ਦੇ ਉੱਤੇ ਆਫੈਂਸ ਕਮਿਟ ਕੀਤਾ ਏ ਜੋ ਕਿ ਦੋਸ਼ੀ ਨੂੰ ਪਤਾ ਏ ਕਿ ਵਿਮਨ ਪ੍ਰੈਗਨੈਂਟ ਹੈਗੀ ਆ, ਤਾਂ ਉਸ ਟਾਈਮ ਦੇ ਉੱਤੇ ਵੀ ਇਹੀ ਗੱਲ ਮੰਨੀ ਜਾਏਗੀ ਕਿ ਦੋਸ਼ੀ ਨੂੰ ਉਸ ਵਿਮਨ ਨੇ ਕੰਸੈਂਟ ਕਦੀ ਨਹੀਂ ਦਿੱਤੀ। ਤੇ ਜਾਂ ਅਗਰ ਕੋਈ ਰੇਪ ਇੱਕ ਗੈਂਗ ਰੇਪ ਹੈਗਾ ਏ ਤੇ ਉਸ ਟਾਈਮ ਦੇ ਉੱਤੇ ਵੀ ਸੈਕਸ਼ਨ 114A ਦੀ ਪ੍ਰੈਜ਼ੰਪਸ਼ਨ ਅਰਾਈਜ਼ ਹੋਏਗੀ ਦੋਸ਼ੀ ਦੇ ਖਿਲਾਫ। ਤੋ ਸੈਕਸ਼ਨ 114A ਨੂੰ ਇੰਟਰੋਡਿਊਸ ਕਰਨ ਦਾ ਪਰਪਸ ਕੀ ਹੈਗਾ ਸੀ? ਇੰਟਰੋਡਿਊਸ ਕਰਨ ਦਾ ਪਰਪਸ ਸਿੰਪਲ ਇਹ ਹੈਗਾ ਸੀ ਕਿ ਇਸ 114A ਨੂੰ ਇੰਟਰੋਡਿਊਸ ਕਰਨ ਤੋਂ ਪਹਿਲਾਂ ਆਲਦੋ ਸੈਕਸ਼ਨ 376 ਇੰਡੀਅਨ ਪੀਨਲ ਕੋਡ ਦੇ ਵਿੱਚ ਰੇਪ ਦੀ ਸਜ਼ਾ ਵੀ ਦੱਸੀ ਸੀ, ਰੇਪ ਦੇ ਇਨਗਰੀਡੀਐਂਟ ਵੀ ਦੱਸੇ ਸੀ, ਬਟ even then there was increasing number of acquittal of the accused person in rape cases। ਜਦੋਂ ਵਿਕਟਿਮ ਇੱਕ ਅਡਲਟ ਵਿਮਨ ਹੁੰਦੀ ਸੀ, ਅਗਰ ਮੰਨ ਲਓ ਸੱਚਮੁੱਚ ਉਹਦਾ ਰੇਪ ਹੋਇਆ ਹੁੰਦਾ ਸੀ, even then it was very difficult for her to prove the absence of consent। ਤਾਂ ਉਹਦੇ ਲਈ ਬੜਾ ਮੁਸ਼ਕਲ ਹੈਗਾ ਸੀ ਕਿ ਆਪਣੀ ਕੰਸੈਂਟ ਦੀ ਐਬਸੈਂਸ ਨੂੰ ਪ੍ਰੂਫ ਕਰੇ। ਪਰ ਸੈਕਸ਼ਨ 114A ਦੀ ਇੰਟਰੋਡਕਸ਼ਨ ਦੇ ਨਾਲ ਹੁਣ ਪ੍ਰੋਸੀਕਿਊਸ਼ਨ ਨੂੰ ਇਹ ਗੱਲ ਸਾਬਤ ਕਰਨੀ ਸੌਖੀ ਹੋ ਗਈ ਕਿ ਆਫੈਂਸ ਉਸ ਵਿਮਨ ਦੇ ਉੱਤੇ ਕਮਿਟ ਹੋਇਆ ਹੈ। ਕਿਉਂ? ਕਿਉਂਕਿ ਟੂ ਗੈਟ ਦ ਪਨਿਸ਼ਮੈਂਟ ਆਫ ਦ ਅਕਿਊਜ਼ਡ ਅੰਡਰ ਸੈਕਸ਼ਨ 376 ਨਾਓ ਇਫ once it is proved that sexual intercourse had been made and the women had also given the statement before the court of law that the sexual intercourse had been made by the accused without her consent, then ਦੋਸ਼ੀ ਦੀ ਸਜ਼ਾ ਪੱਕੀ ਹੈਗੀ ਆ। So it is very important to note here ਕਿ ਸੈਕਸ਼ਨ 114A ਸਿਰਫ ਰੇਪ ਦੇ ਕੇਸਿਸ ਦੇ ਉੱਤੇ ਹੀ ਅਪਲਾਈ ਨਹੀਂ ਹੋਗਾ। It does not apply when the rape actually has been committed, but even a attempted rape ਦੇ ਕੇਸਿਸ ਦੇ ਵਿੱਚ ਵੀ ਅਪਲਾਈ ਹੋਏਗਾ ਸੈਕਸ਼ਨ 114A ਦਾ ਪ੍ਰਿੰਸੀਪਲ। So this is something about the present lecture। Hope ਤੁਹਾਨੂੰ ਸਾਰਿਆਂ ਨੂੰ ਇਹ ਲੈਕਚਰ ਪਸੰਦ ਆਇਆ ਹੋਏਗਾ। Thank you very much।